ਇਸ ਤੋਂ ਪਹਿਲੇ ਮੈਂ ਗੱਲ ਕਰ ਚੁੱਕਾ ਹਾਂ ਆਪਣੇ ਪਿਛਲੇ ਵੀਲੌਗਸ ਦੇ ਵਿੱਚ ਕਿ ਇੱਕ ਤਾਂ ਜ਼ਮੀਰ ਆਪਣੇ ਦੇ ਖਿਲਾਫ ਜਿਹੜੇ ਦਲਾਇਲ ਦੇਣ ਲੱਗ ਪੈਣਾ ਔਰ ਚੀਜ਼ਾਂ ਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦੇਣਾ। ਯਾਨੀ ਕਿ ਜ਼ਮੀਰ, ਜਿਵੇਂ ਮੈਂ ਅੱਗੇ ਅਰਜ਼ ਕੀਤਾ ਸੀ ਕਿ ਸਾਡੇ ਜਿਸਮ ਦੇ ਵਿੱਚ ਅੱਲਾਹ ਤਾਲਾ ਨੇ ਤਖਲੀਕ ਦੇ ਵਕਤ ਬਾਈ ਡਿਫਾਲਟ ਇੱਕ ਐਸੇ ਅਲਾਰਮ ਜਿਹੜੇ ਨੇ ਉਹ ਸੈੱਟ ਕਰ ਦਿੱਤੇ ਨੇ ਕਿ ਸਾਡੀ ਚੂੰਕਿ ਤਖਲੀਕ ਜਿਹੜੀ ਹੈ ਉਹਦੀ ਬੁਨਿਆਦ ਇਸ ਚੀਜ਼ 'ਤੇ ਹੈ ਕਿ ਅਸੀਂ ਨੇਕੀ ਵੱਲ ਮਾਇਲ ਹਾਂ ਹਰ ਇਨਸਾਨ ਦੀ, ਔਰ ਵਕਤ ਦੇ ਨਾਲ, ਤਰਬੀਅਤ ਦੇ ਨਾਲ, ਮਾਹੌਲ ਦੇ ਨਾਲ ਅਸੀਂ ਉਸ ਅਲਾਰਮ ਨੂੰ ਜਿਹੜਾ ਕਿ ਸਾਡਾ ਜ਼ਮੀਰ ਬੋਲ ਰਿਹਾ ਹੁੰਦਾ ਕਿ ਇਹ ਕੰਮ ਗਲਤ ਹੈ, ਲੇਕਿਨ ਅਸੀਂ ਫਿਰ ਵੀ ਉਹਨੂੰ ਕਰਨ ਵਾਸਤੇ ਹੀਲੇ ਬਹਾਨੇ ਉਹਦੀ ਤਲਾਸ਼ ਕਰਦੇ ਰਹਿੰਦੇ ਹਾਂ। ਇੱਕ ਇਹ ਅਹਿਮ ਪੁਆਇੰਟ ਸੀ ਜਿਹੜਾ ਮੈਂ ਪਹਿਲੇ ਡਿਸਕਸ ਕਰ ਚੁੱਕਾ ਕਿ ਅਸੀਂ ਤਰੱਕੀ ਪਜ਼ੀਰ ਕਿਉਂ ਹਾਂ। ਦੂਸਰਾ ਮੈਂ ਇਹ ਦਲੀਲ ਦਿੱਤੀ ਸੀ ਕਿ ਸਾਡੇ ਇੱਥੇ ਅਦਬ ਇਹਤਰਾਮ ਦੀ ਜਿਹੜੀ ਹਦੂਦ ਨੇ ਉਹਨਾਂ ਦਾ ਖਿਆਲ ਨਹੀਂ ਕੀਤਾ ਜਾਂਦਾ, ਔਰ ਅਸੀਂ ਬੜੀਆਂ ਉਦਾਸ ਅਤੇ ਮਾਜ਼ੂਰ ਨਸਲਾਂ ਪੈਦਾ ਕਰ ਰਹੇ ਹਾਂ ਸਿਰਫ ਅਦਬ ਔਰ ਇਹਤਰਾਮ ਦੇ ਨਾਂ ਤੋਂ, ਜਿਹੜਾ ਕਿ ਉਹਦੀ ਹਦੂਦ ਤੋਂ ਬਾਹਰ ਹੈ। ਮੈਂ ਅਰਜ਼ ਕੀਤੀ ਸੀ ਕਿ ਹਦੂਦ ਅੱਲਾਹ ਤਾਲਾ ਨੇ ਮੁਕਰਰ ਕੀਤੀਆਂ ਨੇ ਕਿ ਆਪਣੇ ਬਜ਼ੁਰਗਾਂ ਨੂੰ, ਆਪਣੇ ਵੱਡਿਆਂ ਨੂੰ, ਆਪਣੇ ਉਸਾਤਜ਼ਾ ਨੂੰ, ਆਪਣੇ ਬੌਸ ਨੂੰ ਉਹਦਾ ਇੱਜ਼ਤ, ਉਹਦਾ ਇਹਤਰਾਮ, ਉਹਦਾ ਦਾਇਰਾ ਇਹ ਹੈ ਕਿ ਉਸ ਵਕਤ ਤੱਕ ਹੈ ਜਿਸ ਵਕਤ ਤੱਕ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਉਹਨਾਂ ਦਾ ਹੁਕਮ ਟਕਰਾ ਨਾ ਜਾਏ, ਟਕਰਾਓ ਨਾ ਹੋਵੇ। ਅਗਰ ਉਹ ਵਾਲਦੈਨ ਦਾ ਹੁਕਮ, ਉਸਾਤਜ਼ਾ ਦਾ ਹੁਕਮ, ਮੁਰੀਦ ਦਾ, ਪੀਰ ਮੁਰਸ਼ਦ ਦਾ ਹੁਕਮ, ਔਰ ਬੌਸ ਦਾ ਹੁਕਮ, ਔਰ ਆਪਣੇ ਸੀਨੀਅਰ ਦਾ ਹੁਕਮ, ਅਗਰ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਟਕਰਾਓ 'ਚ ਆ ਜਾਵੇ ਤੇ ਫਿਰ ਬੋਲਣਾ ਤੇ ਬੜੀ ਇhtiyat ਨਾਲ ਚਾਹੀਦਾ ਹੈ, ਅਦਬ ਇਹਤਰਾਮ ਇੱਥੋਂ ਤੱਕ ਰੱਖਣਾ ਚਾਹੀਦਾ ਹੈ, ਲੇਕਿਨ ਹੁਕਮ ਦੀ ਤਾਮੀਲ ਕਰਨਾ ਜਿਹੜਾ ਉਹ ਬਹੁਤ 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 ਬੁਰੀ ਬਾਤ ਹੈ, ਕਿਉਂਕਿ ਉਹਦੇ ਨਾਲ ਤੁਸੀਂ ਹਕੂਕ ਉੱਲਾ ਤੇ ਗਸਬ ਕਰ ਰਹੇ ਹੋ, ਹਕੂਕੁਲ ਇਬਾਦ ਵੀ ਗਸਬ ਹੋਣ ਦਾ ਇਮਕਾਨ ਹੈ। ਦੂਸਰਾ ਪੁਆਇੰਟ ਇਹ ਸੀ ਕਿ ਸਾਡੇ ਤਰੱਕੀ ਪਜ਼ੀਰ ਹੋਣ ਦੇ ਵਿੱਚ ਅਸੀਂ ਤਰੱਕੀ ਯਾਫਤਾ ਨਹੀਂ ਹੋਣ ਦੇ, ਉਹਦੀ ਵਜ੍ਹਾ ਕੀ ਹੈ। ਅੱਜ ਮੈਂ ਤੀਸਰਾ ਪੁਆਇੰਟ ਅਰਜ਼ ਕਰਾਂਗਾ, ਸ਼ਫਕਤ, ਕਿ ਸ਼ਫਕਤ ਦੇ ਨਾਲ ਨਾਲ, ਮੁਹੱਬਤ ਦੇ ਨਾਲ ਨਾਲ ਅਸੀਂ ਵੀ ਉਸੇ ਤਰ੍ਹਾਂ ਉਦਾਸ ਅਤੇ ਮਾਜ਼ੂਰ ਨਸਲਾਂ ਪੈਦਾ ਕਰ ਰਹੇ ਹਾਂ ਜਿਹੜੀਆਂ ਕਿ ਅਸੀਂ ਅਦਬ ਔਰ ਇਹਤਰਾਮ ਦੇ ਹਦੂਦ ਜਿਹੜੇ ਨੇ ਉਹਨਾਂ ਦਾ ਧਿਆਨ ਨਾ ਰੱਖਦਿਆਂ ਹੋਇਆਂ ਅਸੀਂ ਝੂਠ ਬੋਲਨੇ ਹਾਂ, ਅਸੀਂ ਤਾਮੀਲ ਕਰਨੇ ਹੁਕਮ ਦੀ, ਅਗਰ ਉਹ ਹੁਕਮ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਟਕਰਾਓ ਵੀ ਰੱਖਦਾ ਹੋਵੇ। ਤੇ ਹੁਣ ਸ਼ਫਕਤ ਹਰ ਬੰਦੇ ਨੂੰ ਆਪਣੀ ਔਲਾਦ ਨਾਲ ਔਰ ਹਰ ਔਲਾਦ ਨੂੰ ਆਪਣੇ ਵਾਲਦੈਨ ਨਾਲ ਪਿਆਰ ਹੈ, ਇਹ ਕੁਦਰਤੀ ਅਮਰ ਹੈ, ਔਰ ਇਹ ਸਿਰਫ ਇਨਸਾਨਾਂ ਤੱਕ ਮਹਿਦੂਦ ਨਹੀਂ, ਬਲਕਿ ਅਗਰ ਕਿਸੇ ਜੰਗਲ ਦੇ ਵਿੱਚ ਕੋਈ ਜਾਨਵਰ ਵੀ ਕਿਸੇ ਬੱਚੇ ਨੂੰ ਜਨਮ ਦਿੰਦਾ ਅਤੇ ਉਹਦੇ ਰਵੱਈਏ ਵੀ ਇਹ ਹੁੰਦੀ ਹੈ ਕਿ ਮਾਂ ਉਹਦੇ ਨਾਲ ਸ਼ਫਕਤ ਕਰਦੀ ਹੈ, ਔਰ ਅੱਲਾਹ ਤਾਲਾ ਨੇ ਉਹਨੂੰ ਗਾਈਡ ਕੀਤਾ ਜਾਂ ਕਰ ਰਿਹਾ ਹੁੰਦਾ ਅੱਲਾਹ ਤਾਲਾ ਕਿ ਤੇਰੀ ਮਾਂ ਦੇ ਥਣ ਇੱਥੇ ਨੇ, ਤੂੰ ਦੁੱਧ ਇੱਥੋਂ ਪੀਣਾ ਅਤੇ ਨਿਊਟ੍ਰੀਸ਼ਨ ਇੱਥੋਂ ਲੈਣੀ ਹੈ। ਅਗਰ ਜਾਨਵਰ ਦੀ ਮਾਂ ਦੇ ਕੋਲੋਂ ਉਹਦਾ ਬੱਚਾ ਵੀ ਖੋਇਆ ਜਾਵੇ ਅਤੇ ਉਹ ਤੁਹਾਡੇ ਵੱਲ ਦੌੜਦੀ ਏ, ਲੜਦੀ ਏ, ਆਪਣੇ ਬੱਚੇ ਨੂੰ ਪ੍ਰੋਟੈਕਟ ਕਰਦੀ ਏ, ਇਹ ਸ਼ਫਕਤ ਦਾ ਤਕਾਜ਼ਾ ਹੈ, ਇਹ ਮੁਹੱਬਤ ਦਾ ਤਕਾਜ਼ਾ ਹੈ। ਇਹ ਇਸੇ ਤਰ੍ਹਾਂ ਹੀ ਇਨਸਾਨਾਂ ਦੇ ਵਿੱਚ ਵੀ ਇਹ ਜਜ਼ਬਾ ਮੌਜੂਦ ਹੈ ਕਿ ਸ਼ਫਕਤ ਬੱਚਿਆਂ ਦੇ ਨਾਲ ਬਹੁਤ ਹੀ ਜ਼ਰੂਰੀ ਹੈ, ਔਰ ਜਿਵੇਂ ਉਹਦੀ ਹਦੂਦ ਅਸੀਂ ਕ੍ਰੋਸ ਕਰਨੇ ਹਾਂ, ਅਦਬ ਇਹਤਰਾਮ ਦੀ ਹਦੂਦ ਤੋਂ ਬਾਹਰ ਨਿਕਲ ਜਾਂਦੇ ਹਾਂ, ਅਸੀਂ ਸ਼ਫਕਤ ਦੀ ਵੀ ਕੁਛ ਹਦੂਦ ਨੇ, ਉਸ ਸ਼ਫਕਤ ਦੀ ਹਦੂਦ ਨੂੰ ਜਦੋਂ ਅਸੀਂ ਤਜਾਵਜ਼ ਕਰਨੇ ਹਾਂ ਅਤੇ ਅਸੀਂ ਉਸੇ ਤਰ੍ਹਾਂ ਹੀ ਉਦਾਸ ਅਤੇ ਮਾਜ਼ੂਰ ਨਸਲਾਂ ਪੈਦਾ ਕਰ ਰਹੇ ਹਾਂ। ਬਹੁਤ ਸਾਲਾਂ ਤੋਂ ਸਦੀਆਂ ਤੋਂ ਆਪਣੇ ਮੁਆਸ਼ਰੇ ਦੇ ਵਿੱਚ, ਬਿਲਖਸੂਸ ਮੈਂ ਬਰ ਸਗੀਰ ਦੀ ਗੱਲ ਕਰਾਂਗਾ,
ਹੁਣ ਉਹ ਸ਼ਫਕਤ ਕੀ ਹੈ ਕਿ ਬੱਚਾ ਜੰਮਦਾ, ਉਹ ਬੱਚੇ ਦੀ ਦੇਖਭਾਲ, ਉਹਨੂੰ ਪਾਲਣਾ ਪੋਸਣਾ, ਉਹਦੀ ਜ਼ਰੂਰੀਆਤ ਦਾ ਖਿਆਲ ਰੱਖਣਾ, ਜਦੋਂ ਉਹਨੂੰ ਸ਼ਊਰ ਨਹੀਂ, ਉਹ ਸਾਡਾ ਕੰਮ ਹੈ, ਪੇਰੈਂਟਸ ਦਾ ਕੰਮ ਹੈ, ਵੱਡਿਆਂ ਦਾ ਕੰਮ ਹੈ। ਔਰ ਉਹ ਕੀ ਹੈ ਕਿ ਤੁਸੀਂ ਐਸਾ ਨਹੀਂ ਕਰ ਸਕਦੇ ਕਿ ਉਹ ਚਮਕਦੀ ਕਿਸੇ ਚੀਜ਼ ਨੂੰ, ਅੱਗ ਦੇ ਕੋਲੇ ਨੂੰ ਹੱਥ 'ਚ ਫੜੇ, ਉਹਨੂੰ ਤਾਂ ਉਹ ਅੱਛਾ ਲੱਗਦਾ ਹੈ, ਲੇਕਿਨ ਸਾਨੂੰ ਪਤਾ ਹੈ ਇਹ ਇਹਦੇ ਵਾਸਤੇ ਨੁਕਸਾਨਦੇਹ ਹੈ। ਇਹ ਕੋਈ ਸ਼ਫਕਤ ਨਹੀਂ ਕਿ ਅਸੀਂ ਉਹਨੂੰ ਖੇਲ ਦੇ ਬਹਾਨੇ, ਕੂਦ ਦੇ ਬਹਾਨੇ ਅਸੀਂ ਕਹੀਏ ਕਿ ਤੈਨੂੰ ਇਹ ਚੀਜ਼ਾਂ ਮੁਯੱਸਰ ਨੇ ਜਿਹੜੀਆਂ ਕਿ ਉਹਦੀ ਤਰਬੀਅਤ ਔਰ ਉਹਦੀ ਤਾਲੀਮ ਦੇ ਵਿੱਚ ਇਨ ਦੀ ਲੌਂਗ ਰਨ ਉਹਨੂੰ ਨੁਕਸਾਨ ਪਹੁੰਚਾਉਂਦੀਆਂ ਹੋਣ। ਫਿਰ ਬੱਚਾ ਜਿਸ ਵੇਲੇ ਥੋੜ੍ਹਾ ਜਿਹਾ ਤੁਹਾਡੀ ਉਂਗਲੀ ਨਾਲ ਚੱਲ ਕੇ ਥੋੜ੍ਹਾ ਜਿਹਾ ਬੜਾ ਹੋਣਾ ਸ਼ੁਰੂ ਹੋ ਜਾਂਦਾ, ਤੁਸੀਂ ਬਾਹਰ ਲੈ ਕੇ ਚੱਲਦੇ ਹੋ ਉਹਨੂੰ ਸੜਕ ਕਿਵੇਂ ਕ੍ਰੋਸ ਕਰਾਉਣੀ ਹੈ, ਇਹ ਤਰਬੀਅਤ ਦਾ ਹਿੱਸਾ ਹੈ, ਇਹ ਤਾਲੀਮ ਦਾ ਹਿੱਸਾ ਹੈ। ਦੂਸਰੀ ਗੱਲ, ਜਿਹੜਾ ਕਿ ਆਬਜ਼ਰਵੇਸ਼ਨ ਨਾਲ, ਮੁਸ਼ਾਹਦੇ ਨਾਲ ਬੱਚਾ ਸਿੱਖ ਰਿਹਾ ਹੈ, ਕਿਉਂਕਿ ਜਿਹੜੀ 5 ਹਿੱਸਾ ਨੇ, ਜਿਹੜਾ ਕਿ ਦੇਖਣਾ, ਸੁਣਨਾ, ਟੇਸਟ ਕਰਨਾ ਔਰ ਮਹਿਸੂਸ ਕਰਨਾ, ਇਹ ਸਾਰੀਆਂ 5 ਹਿੱਸਾ ਜਿਹੜੀਆਂ ਨੇ, ਇਹਨਾਂ ਹਿੱਸਾਂ ਦੀ ਆਬਜ਼ਰਵੇਸ਼ਨ ਹੁੰਦੀ ਹੈ। ਬੱਚਾ ਉਸ ਅੱਖ ਨਾਲ ਜਿਹੜੀ ਨਾਲ ਉਹ ਵਹਿੰਦਾ, ਉਹ ਜੋ ਵੇਖ ਰਿਹਾ ਹੁੰਦਾ, ਉਹ ਉਹਦੇ ਸ਼ਊਰ ਤੇ ਫਿਰ ਤਹਿਤ ਸ਼ਊਰ 'ਚ ਉਤਰ ਜਾਂਦਾ ਔਰ ਉਹ ਉਹਦੀ ਆਦਤ ਦਾ ਹਿੱਸਾ ਬਣ ਜਾਂਦਾ। ਇਸੇ ਤਰ੍ਹਾਂ ਹੀ ਜੋ ਸੁਣਦਾ, ਉਹ ਲੈਂਗੁਏਜ ਸੁਣਦਾ, ਉਸ ਲੈਂਗੁਏਜ ਨੂੰ ਅਡੋਪਟ ਕਰਦਾ। ਨੰਬਰ 3, ਜਿਹੜੀ ਚੀਜ਼ ਉਹਦੇ ਪੇਰੈਂਟਸ, ਉਹਦੇ ਕੁਰਬੋ ਜਵਾਰ ਦੇ ਵਿੱਚ ਲੋਕ ਖਾਂਦੇ ਨੇ, ਪੀਂਦੇ ਨੇ, ਉਹ ਵੀ ਉਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੰਦਾ। ਇਹ ਉਹਨਾਂ ਚੀਜ਼ਾਂ ਤੋਂ ਸਿੱਖਦਾ। ਹੁਣ ਇਹ ਮੁਸ਼ਾਹਦੇ ਦੇ ਵਿੱਚ ਜੋ ਰਵੱਈਆ ਉਹਦੇ ਪੇਰੈਂਟਸ ਦਾ ਹੋਏਗਾ, ਸਭ ਤੋਂ ਪਹਿਲੋਂ ਇਨਫੋਰਮਲ ਯੂਨੀਵਰਸਿਟੀ ਉਹਦੀ ਮਾਂ, ਉਹਦਾ ਬਾਪ, ਉਹਦੇ ਭੈਣਾਂ ਅਤੇ ਉਹਦੇ ਭਰਾ ਹੋਣਗੇ। ਅਗਰ ਤੁਸੀਂ ਉਹਦੀ ਤਰਬੀਅਤ ਬਿਹਤਰ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਵਕਤ ਗੁਜ਼ਰਨ ਦੇ ਨਾਲ ਉਹਨੂੰ ਅਹਿਸਾਸ-ਏ ਖੁਦ ਮੁਖਤਾਰੀ ਉਹਦੇ ਵਿੱਚ ਡਿਵੈਲਪ ਕਰਨਾ, ਇਹ ਬਹੁਤ ਜ਼ਰੂਰੀ ਹੈ। ਅਹਿਸਾਸ-ਏ ਖੁਦ ਮੁਖਤਾਰੀ ਡਿਵੈਲਪ ਕਿਵੇਂ ਕਰਨਾ? ਇਹ ਨਹੀਂ ਕਰਨਾ ਕਿ ਬੱਚਾ ਇਸ ਕਾਬਲ ਹੋਵੇ ਕਿ ਉਹ ਜਾ ਕੇ ਖੁਦ ਪਾਣੀ ਪਕੜ ਸਕੇ, ਦੁੱਧ ਪਕੜ ਸਕੇ, ਰੋਟੀ ਪਕੜ ਸਕੇ, ਅਤੇ ਬੰਦਾ ਉਹਦੇ ਲੈ ਕੇ ਮਗਰ ਮਾਂ ਫਿਰ ਰਹੀ ਹੋਵੇ, ਆ ਲੈ ਆ ਲੈ ਆ ਲੈ ਆ ਲੈ ਆ ਲੈ। ਉਹਨੂੰ ਜਿਸ ਵੇਲੇ ਸਕੂਲ ਜਾਣ ਦੀ ਸਟੇਜ 'ਤੇ ਪਹੁੰਚ ਜਾਂਦਾ ਅਤੇ ਜ਼ਰੂਰੀ ਹੈ ਕਿ ਉਹਨੂੰ ਰਫਤਾ ਇਹ ਤਰਬੀਅਤ ਦਿੱਤੀ ਜਾਵੇ ਉਹ ਕਿ ਤੂੰ ਬੇਟੇ ਆਪਣਾ ਸਕੂਲ ਦਾ ਖਾਣਾ ਮੈਂ ਬਣਾਤਾ, ਟਿਫਨ ਤੂੰ ਤਿਆਰ ਕਰ ਲੈ, ਆਪਣਾ ਬਸਤਾ ਤੂੰ ਤਿਆਰ ਕਰ ਲੈ, ਆਪਣੀ ਜੁੱਤੀ ਤੂੰ ਪੋਲਿਸ਼ ਕਰ ਲੈ, ਆਪਣਾ ਯੂਨੀਫਾਰਮ ਤੂੰ ਪਹਿਨ ਲੈ। ਉਨੀ ਦੇਰ ਤੱਕ ਜਿਹੜੇ ਕੰਮ ਉਹ ਛੋਟੇ ਕੰਮ ਖੁਦ ਕਰਦਾ ਰਹੇਗਾ ਅਤੇ ਇਹਦਾ ਮਤਲਬ ਹੈ ਕਿ ਵਕਤ ਗੁਜ਼ਰਨ ਦੇ ਨਾਲ ਉਹਦੇ ਵਿੱਚ ਅਹਿਸਾਸ ਜ਼ਿੰਮੇਦਾਰੀ ਔਰ ਅਹਿਸਾਸ ਖੁਦ ਮੁਖਤਾਰੀ ਉਹ बढ़ਦਾ ਜਾਏਗਾ। ਅਤੇ ਜੇ ਉਹਨੂੰ ਤੁਸੀਂ ਅਹਿਸਾਸ ਜ਼ਿੰਮੇਦਾਰੀ, ਅਹਿਸਾਸ ਮੁਖਤਾਰੀ ਦੀ ਬਜਾਏ ਉਹਨੂੰ ਪਾਣੀ ਦੇ ਦਿਓਗੇ, ਉਹਨੂੰ ਰੋਟੀ ਫੜਾ ਦਿਓਗੇ, ਉਹਦਾ ਟਿਫਨ ਤਿਆਰ ਕਰ ਦਿਓਗੇ, ਉਹਦੇ ਬੂਟ ਪੋਲਿਸ਼ ਕਰ ਦਿਓਗੇ, ਉਹਦਾ ਬਸਤਾ ਤਿਆਰ ਕਰ ਦਿਓਗੇ, ਅਤੇ ਉਹ ਜ਼ਿੰਮੇਦਾਰੀ ਦਾ ਅਹਿਸਾਸ ਵੀ ਨਹੀਂ ਹੋਏਗਾ, ਉਹ ਖੁਦ ਮੁਖਤਾਰ ਵੀ ਨਹੀਂ ਹੋਏਗਾ। ਦੂਸਰੀ ਚੀਜ਼, ਸਕੂਲ ਜਾਣਾ। ਅੱਲਾਹ ਤਵੱਕਲ ਵੀ ਕੋਈ ਚੀਜ਼ ਹੈ। ਡੈਫੀਨੇਟਲੀ ਜਿਹੜੇ ਵੀ ਛੋਟੇ ਕੰਮ ਕਾਰ ਨੇ, ਮਿਸਾਲ ਦੇ ਤੌਰ 'ਤੇ ਅਗਰ ਸਕੂਲ ਜਾਂਦਾ ਤਾਂ ਸਕੂਲ ਦੇ ਵਿੱਚ ਵੀ ਇਹੋ ਜਿਹੀ ਤਰਬੀਅਤ ਉਸਾਤਜ਼ਾ ਦਾ ਕੰਮ ਹੈ ਕਿ ਉਹ ਚਾਹੇ ਜਾਏ ਕਿ ਹਰ ਚੀਜ਼ ਤਿਆਰ ਕਰਕੇ ਉਹਨੂੰ ਖਿਲਾਉਣ ਦੀ, ਉਹਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਨ ਕਿ ਉਹਦਾ ਕੰਮ ਵੀ ਇਹ ਕਰ ਦੇਣ। ਹੋਮਵਰਕ ਹੈ, ਜਿਵੇਂ ਉਹਨੂੰ ਹੋਮਵਰਕ ਖੁਦ ਕਰਨਾ ਚਾਹੀਦਾ ਹੈ, ਉਹਦੀ ਸਟੀਮੂਲੇਟਰੀ ਥਿੰਕਿੰਗ ਖੁਦ ਉਹਦੇ 'ਚ ਆਉਣੀ ਚਾਹੀਦੀ ਹੈ। ਚਾਹੇ ਜਾਏ ਕਿ ਉਹਨੂੰ ਉਹਦੀ ਭੈਣ, ਉਹਦੀ ਮਾਂ, ਉਹਦਾ ਬਾਪ, ਉਹਦਾ ਭਰਾ ਉਹਨੂੰ ਹੋਮਵਰਕ ਕਰਕੇ ਦੇਵੇ, ਉਹ ਅਗਰ ਕਰੇਗਾ ਤਾਂ ਉਹ ਖੁਦ ਮੁਖਤਾਰੀ ਜਾਂ ਜ਼ਿੰਮੇਦਾਰੀ ਦਾ ਅਹਿਸਾਸ ਉਹਦੇ 'ਚ ਡਿਵੈਲਪ ਹੀ ਨਹੀਂ ਹੋਏਗਾ। ਉਹ ਸ਼ੁਰੂ ਤੋਂ ਇੰਝ ਹੀ ਮਹਿਸੂਸ ਹੋਏਗਾ ਕਿ ਮੈਨੂੰ ਇਹ ਚੀਜ਼ ਮੇਰੀ ਮਾਂ ਨੇ ਦੇਣੀ ਹੈ, ਇਹ ਚੀਜ਼ ਮੇਰੀ ਭੈਣ ਨੇ ਮੈਨੂੰ ਦੇਣੀ ਹੈ, ਇਹ ਬਾਪ ਨੇ ਦੇਣੀ ਹੈ, ਇਹ ਮਾਂ ਨੇ ਦੇਣੀ ਹੈ, ਇਹ ਉਸਤਾਦ ਨੇ ਦੇਣੀ ਹੈ। ਇੱਕ ਇਹ ਤਰੀਕਾਕਾਰ ਹੋ ਗਿਆ। ਔਰ ਇਹ ਤੁਸੀਂ ਕਲਚਰ ਦੇਖਦੇ ਹੋ ਕਿ ਜਿਸ ਵੇਲੇ ਸਕੂਲ 'ਚ ਬੰਦਾ ਚਲਾ ਜਾਂਦਾ ਅਤੇ ਸਕੂਲ 'ਚ ਫਿਰ ਉਹੋ ਹੀ ਸ਼ਫਕਤ ਜਿਹੜੀ ਹੈ ਉਸ ਬੱਚੇ ਦੇ ਨਾਲ ਕਿ ਫਲਾਂ ਦਾ ਬੇਟਾ ਹੈ, ਮੇਰਾ ਭਤੀਜਾ, ਮੇਰਾ ਭਾਣਜਾ, ਮੇਰਾ ਅਜ਼ੀਜ਼, ਮੇਰਾ ਦੋਸਤ ਦਾ ਬੱਚਾ ਹੈ, ਉਹਨੂੰ ਸ਼ਫਕਤ ਦੇ ਵਿੱਚ ਹੀ ਇਸ ਪਾਸੇ ਕਰਪਸ਼ਨ ਵਾਲੇ ਪਾਸੇ, ਗਲਤ ਕੰਮ ਵਾਲੇ ਪਾਸੇ, ਮੈਰਿਟ ਤੋਂ ਹਟ ਕੇ ਚੀਜ਼ਾਂ ਉਹਦੀ ਫੇਵਰ 'ਚ ਕੀਤੀਆਂ ਜਾਂਦੀਆਂ ਨੇ ਕਿ ਜਿਹੜਾ ਉਹ ਬੱਚਾ ਹੈ
ਉਹ ਕਹਿੰਦਾ ਕਿ ਜੀ ਮੇਰੇ ਤੇ ਤਾਲੁਕ ਦੀ ਵਜ੍ਹਾ ਤੋਂ ਮੇਰੇ ਇਹ ਨੰਬਰ ਅੱਛੇ ਆਏ ਨੇ, ਇਮਤਿਹਾਨ ਬਿਹਤਰ ਆਇਆ। ਉਹ ਉਸ ਚੀਜ਼ 'ਤੇ ਲੱਗ ਜਾਂਦਾ ਹੈ ਕਿ ਕੋਈ ਨਹੀਂ, ਮੇਰੇ ਵਾਲਦ ਸਾਹਿਬ ਬੜੇ ਇਨਫਲੂਐਂਸਰ ਨੇ, ਉਹਨਾਂ ਦਾ ਇਨਫਲੂਐਂਸ ਹੈਗਾ, ਇਸ ਵਾਸਤੇ ਇਹ ਕੰਮ ਕਰ ਸਕਦੇ ਨੇ। ਜਿਸ ਵੇਲੇ ਜੋਬ 'ਤੇ ਚਲਾ ਜਾਂਦਾ ਹੈ, ਉਹ ਜੋਬ ਵੀ ਉਹਨੂੰ ਇਸੇ ਤਰ੍ਹਾਂ ਹੀ ਮਿਲਦਾ ਹੈ ਕਿ ਉਹਦੇ ਪੇਰੈਂਟਸ ਉਹਦੇ ਸਾਹਮਣੇ ਉਹਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਇਹ ਮੇਰੇ ਪੇਰੈਂਟਸ ਜਿਹੜੇ ਨੇ ਇਹ ਮੇਰੇ ਵਾਸਤੇ ਕੋਸ਼ਿਸ਼ ਕਰ ਰਹੇ ਨੇ, ਕੰਮ ਕਰ ਰਹੇ ਨੇ। ਫਿਰ ਦੂਸਰਾ ਤਰੀਕਾ ਕਿ ਇੰਟਰਮੀਡੀਏਟ ਤੱਕ ਬੱਚੇ ਨੂੰ ਤੁਹਾਡੀ ਸਪੋਰਟ ਦੀ ਜ਼ਰੂਰ ਰਹਿਣੀ ਚਾਹੀਦੀ ਹੈ, ਜਿੰਨੀ ਕਿ ਵੀ ਉਹ ਕਰ ਸਕਦਾ, ਲੇਕਿਨ ਉਸ ਵਕਤ ਤੱਕ ਉਹਨੂੰ ਇਹੋ ਜਿਹੀ ਇੰਟਰਨਸ਼ਿਪ ਛੋਟੀਆਂ ਕਰਨੀਆਂ ਚਾਹੀਦੀਆਂ ਨੇ, ਪੇਰੈਂਟਸ ਨੂੰ ਕਰਵਾਉਣੀਆਂ ਚਾਹੀਦੀਆਂ ਨੇ ਕਿ ਉਹਨੂੰ ਕੰਮ ਕਰਨ ਦੀ ਆਦਤ ਬਣੇ। ਜਿਸ ਵੇਲੇ ਉਹਨੂੰ ਕੰਮ ਕਰਨ ਦੀ ਆਦਤ ਬਣੇਗੀ, FSC ਤੋਂ ਬਾਅਦ ਜਾਂ ਇੰਟਰ ਤੋਂ ਬਾਅਦ, ਉਹਨੂੰ ਤੁਸੀਂ ਕਹੋ ਕਿ ਬੇਟੇ ਇਸ ਤੋਂ ਅੱਗੇ ਅਗਰ ਤੂੰ ਤਾਲੀਮ ਹਾਸਲ ਕਰਨੀ ਹੈ ਤੇ ਤੂੰ ਖੁਦ ਕਮਾਉਣਾ ਹੈ ਔਰ ਤੂੰ ਖੁਦ ਆਪਣੀ ਫੀਸ ਜਨਰੇਟ ਕਰਨੀ ਹੈ, ਜਿਹੜਾ ਕਿ ਪੂਰੀ ਦੁਨੀਆ ਵੈਸਟਰਨ ਕੰਟਰੀਜ਼ ਦੇ ਵਿੱਚ ਇਹੋ ਹੀ ਇੱਕ ਤਰੀਕਾਕਾਰ ਹੈ। ਉਹਦਾ ਫਾਇਦਾ ਇਹ ਹੁੰਦਾ ਹੈ ਕਿ ਬੱਚਾ ਖੁਦ ਉਹਨੂੰ ਕੰਮ ਕਰਨ ਦੀ ਜਿਸ ਵੇਲੇ ਆਦਤ ਪੈਂਦੀ ਹੈ ਨਾ, ਅਤੇ ਉਹਨੂੰ ਇਹ ਅਹਿਸਾਸ ਹੁੰਦਾ ਹੈ, ਉਹ ਫੈਸਲਾ ਆਪਣੇ ਤੌਰ 'ਤੇ ਖੁਦ ਕਰਨ ਦੀ ਪੋਜੀਸ਼ਨ 'ਚ ਹੁੰਦਾ ਹੈ ਕਿ ਮੈਂ ਇਸ ਕਾਬਲ ਵੀ ਹੈ ਕਿ ਮੈਂ ਇੰਟਰ ਤੋਂ ਅੱਗੇ ਜਾਣਾ ਹੈ, ਜਾਂ ਮੈਂ ਆਪਣੀ ਪ੍ਰੈਕਟੀਕਲ ਲਾਈਫ ਜਿਹੜੀ ਇਹ ਚੀਜ਼ ਕਮਾ ਕੇ ਮੈਂ ਅੱਗੇ ਆਪਣਾ ਕੰਮ ਜਿਹੜਾ ਸ਼ੁਰੂ ਕਰ ਸਕਣਾ, ਆਪਣੀ ਫੈਮਿਲੀ ਬਣਾ ਸਕਣਾ, ਆਪਣਾ ਘਰ ਕਿਰਾਏ 'ਤੇ ਹੋਰ ਲੈ ਸਕਣਾ। ਇਹ ਅਹਿਸਾਸ ਜਿਹੜਾ ਇਹ ਉਹਦੇ 'ਚ ਡਿਵੈਲਪ ਹੁੰਦਾ ਹੈ। ਔਰ ਜਦੋਂ ਉਹਨੂੰ ਇਹ ਪਤਾ ਹੁੰਦਾ ਕਿ ਮੈਂ ਮੈਰੀਟੋਰੀਅਸ ਹਾਂ, ਮੈਂ ਹਫ਼ਤੇ ਹੀ 2 ਦਿਨ ਕੰਮ ਕਰਕੇ ਫੀਸ ਵੀ ਬਣਾ ਸਕਣਾ, ਔਰ ਉਹਦੇ ਪੇਰੈਂਟਸ ਵੀ ਉਹਨੂੰ ਇਸ ਹੱਦ ਤੱਕ ਸਪੋਰਟ ਪ੍ਰੋਵਾਈਡ ਕਰਦੇ ਨੇ ਕਿ ਸ਼ਾਬਾਸ਼, ਯੂ ਆਰ ਅ ਗੁੱਡ ਬॉय, ਯੂ ਆਰ ਵਰਕਿੰਗ ਵੈਰੀ ਹਾਰਡ ਐਂਡ ਰੈਸਟ ਅਸ਼ੋਰਡ ਕਿ ਤੂੰ ਮਿਹਨਤ ਕਰੇਂਗਾ, ਕੋਸ਼ਿਸ਼ ਕਰੇਂਗਾ ਅਤੇ ਫੀਸ ਬਣਾ ਲਏਂਗਾ। ਔਰ ਉਹ ਬੱਚੇ ਜਿਸ ਵੇਲੇ ਆਪਣੇ ਤੌਰ 'ਤੇ ਉਹਨਾਂ ਦੀ ਅਰਨਿੰਗ ਦੀ ਹਫ਼ਤੇ ਦੇ ਵਿੱਚ 2 ਦਿਨ ਦੀ ਉਹਨਾਂ ਦੀ ਹੋ ਜਾਂਦੀ ਹੈ ਵੀਕਐਂਡਸ ਦੇ ਉੱਤੇ, ਅਤੇ ਉਹ ਆਪਣੇ ਪੈਰਾਂ 'ਤੇ ਖਲੋਣਾ ਸ਼ੁਰੂ ਹੋ ਜਾਂਦੇ ਨੇ, ਉਹ ਮਾਜ਼ੂਰ ਨਹੀਂ ਰਹਿੰਦੇ। ਸਾਡੇ ਕਲਚਰ ਬੜਾ ਡਿਫਰੈਂਟ ਹੈ ਕਿ ਸਾਡੇ ਮਾਂ ਬਾਪ ਨੇ ਜਿਹੜਾ ਉਹ ਮੈਟ੍ਰਿਕ ਕੀ, FSC ਕੀ, BSc ਕੀ, MSc ਕੀ, PhD ਤੱਕ ਉਹ ਬੇਸ਼ੱਕ ਸਾਡੇ ਜਿਤਨੇ ਵੀ ਅਖਰਾਜਾਤ ਹੋ ਜਾਣ, ਉਹ ਅਖਰਾਜਾਤ ਪੂਰੇ ਕਰਨ ਵਾਸਤੇ ਭਾਵੇਂ ਪੇਰੈਂਟਸ ਨੂੰ ਹਰਾਮ ਖਾਣਾ ਪਵੇ, ਰਿਸ਼ਵਤ ਲੈਣੀ ਪਵੇ, ਉਸ ਪਾਸੇ ਜਾ ਰਹੇ ਹੁੰਦੇ ਆ। ਹੁਣ ਇਹ ਚੀਜ਼ ਸਾਡੀ ਐਜ਼ ਏ ਕੌਮ ਜਿਹੜਾ ਤਰੱਕੀ ਪਜ਼ੀਰ ਰਹਿਣ ਦੀ ਇੱਕ ਵਜ੍ਹਾ ਤੀਸਰੀ ਇਹ ਹੈ ਕਿ ਜਿਹੜੀ ਗੈਰ ਜ਼ਰੂਰੀ ਸ਼ਫਕਤ ਹੈ। ਗੈਰ ਜ਼ਰੂਰੀ ਸ਼ਫਕਤ ਇਹ ਵੀ ਹੈ ਵਾਈਸ ਵਰਸਾ, ਕਿ ਇਹ ਤਾਂ ਮੈਂ ਬੱਚਿਆਂ ਦੀ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਜਿਸ ਵੇਲੇ ਤੁਸੀਂ 50 ਸਾਲ ਦੇ ਹੋ ਜਾਂਦੇ ਹੋ, 60 ਸਾਲ ਦੇ ਹੋ ਜਾਂਦੇ ਹੋ, ਕਮਾਉਣਾ ਸ਼ੁਰੂ ਕਰ ਦਿੰਦੇ ਹੋ, ਅਤੇ ਪੇਰੈਂਟਸ ਨੂੰ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਹੋ ਕਿ ਵਾਲਿਦ ਮੁਹਤਰਮ ਤੁਸੀਂ ਹੁਣ ਲੋਟਾ ਲੈ ਲਓ, ਮਸੱਲਾ ਲੈ ਲਓ, ਤਸਬੀਹ ਫੜ ਲਓ, ਤੁਹਾਡਾ ਤੇ ਮਸੀਤ ਦਾ ਹੀ ਤਾਲੁਕ ਹੈਗਾ, ਹੁਣ ਤੁਹਾਡੇ ਕਮਾਉਣ ਦੀ, ਤੁਹਾਨੂੰ ਜੌਬ 'ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ਦਰਅਸਲ ਤੁਸੀਂ ਇਸ ਸ਼ਫਕਤ ਦੀ ਕਰਦਿਆਂ ਇਹ ਬਹੁਤ ਜ਼ਿਆਦਤੀ ਕਰ ਰਹੇ ਹੁੰਦੇ ਹੋ ਆਪਣੇ ਪੇਰੈਂਟਸ ਨਾਲ, ਕਿ ਜਦੋਂ ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਉਹ ਸਿਹਤਮੰਦ ਨੇ, ਉਹ ਠੀਕ ਨੇ, ਉਹ ਤੰਦਰੁਸਤ ਨੇ, ਔਰ ਉਹ ਕੰਮ ਕਰ ਸਕਦੇ ਨੇ, ਅਤੇ ਨਮਾਜ਼ ਤਾਂ ਕੋਈ ਗੱਲ ਨਹੀਂ ਹੈਗੀ ਕਿ ਨਮਾਜ਼ ਜਿਹੜੀ ਉਹ ਤੁਸੀਂ ਕੰਮ ਛੱਡ ਦਿਓ ਅਤੇ ਨਮਾਜ਼ ਪੜ੍ਹਨੀ ਹੈ। ਨਮਾਜ਼ ਤਾਂ ਸਾਡਾ ਬਚਪਨ ਤੋਂ ਲੈ ਕੇ ਜਦੋਂ ਫਰਜ਼ ਹੁੰਦੀ ਹੈ ਮਰਨ ਤੱਕ, ਇਹ ਜਿਹੜੇ ਦੀਨੀ ਫਰਾਇਜ਼ ਨੇ ਅਤੇ ਨਾਲ ਵੈਸੇ ਹੀ ਚੱਲਣੇ ਨੇ। ਇਹ ਤਾਂ ਮੁਕੰਮਲ ਜ਼ਾਬਤਾ ਹਯਾਤ ਹੈ ਸਾਡੇ ਦੀਨ ਦਾ, ਇਸ ਵਾਸਤੇ ਉਹਨਾਂ ਨੂੰ ਕੰਮ ਤੋਂ ਨਾ ਰੋਕੋ। ਦੂਸਰੀ ਗੱਲ, ਉਹਨਾਂ ਨੂੰ ਆਈਸੋਲੇਟ ਨਾ ਕਰੋ ਕਿ ਉਹ ਹੁਣ ਬਾਬਾ ਬੁੱਢਾ ਹੋ ਗਿਆ, ਅੰਮਾ ਬੁੱਢੀ ਹੋ ਗਈ ਏ, ਇਸ ਵਾਸਤੇ ਇਹਨਾਂ ਨੂੰ ਅਸੀਂ ਵੱਖਰਿਆਂ ਕਰ ਦਈਏ, ਇਹਨਾਂ ਦਾ ਅਸੀਂ ਬੜਾ ਧਿਆਨ ਰੱਖੀਏ, ਇਹਨਾਂ ਦੇ ਅਸੀਂ ਮੂੰਹ 'ਚ ਰੋਟੀ ਪਾਉਂਦੇ ਰਹੀਏ। ਉਹ ਜੇ ਕਮਜ਼ੋਰ ਨੇ, ਜ਼ਈਫ ਨੇ, ਉਹਨਾਂ ਦੀ ਮਦਦ ਜ਼ਰੂਰ ਕਰੋ, ਲੇਕਿਨ ਉਹਨੂੰ ਸਪੋਰਟਿੰਗ ਏਡਸ ਲੈ ਕੇ ਦਿਓ। ਜਿੰਨੀ ਦੇਰ ਉਹ ਖੁਦ ਜਾਂ ਕਿਸੇ ਸਪੋਰਟਿੰਗ ਏਡ ਦੇ ਨਾਲ ਚੱਲ ਸਕਦੇ ਨੇ, ਉਹਨਾਂ ਨੂੰ ਕਦੀ ਮਾਜ਼ੂਰ ਨਾ ਬਣਾਓ। ਆਪਣੇ ਉਹਨਾਂ ਨੂੰ ਬਿਠਾ ਕੇ ਚਾਰਪਾਈ ਦੇ ਸਿਰਫ ਇਸ ਨਾਮ 'ਤੇ ਕਿ ਅਸੀਂ ਤੁਹਾਡਾ ਇੱਜ਼ਤ ਅਤੇ ਇਹਤਰਾਮ ਕਰਨੇ ਆ, ਹੁਣ ਤੁਹਾਡਾ ਬੱਚਾ ਜਵਾਨ ਹੋ ਗਿਆ ਔਰ ਤੁਸੀਂ ਜਿਹੜਾ ਇਸ ਤਰ੍ਹਾਂ ਬਹਿ ਜਾਓ। ਇਹ ਤਸੱਵੁਰ ਵੀ ਨਹੀਂ ਕਿਸੇ ਤਰੱਕੀ ਯਾਫਤਾ ਮੁਲਕ ਵਿੱਚ ਕਿ ਉੱਥੇ ਅਗਰ ਕਮਾਉਣ ਵਾਲਾ ਇੱਕ ਬੰਦਾ ਅਤੇ 8 ਜੀ ਉਹਦੇ ਖਾਣ ਵਾਲੇ ਨੇ, ਬਿਲਕੁਲ ਐਸਾ ਤਸੱਵੁਰ ਨਹੀਂ। ਇਹ ਵੈਸੇ ਹੀ ਖੁਦ ਮੁਖਤਾਰੀ ਦੀ ਔਰ ਅਹਿਸਾਸ ਜ਼ਿੰਮੇਦਾਰੀ ਦੇ ਖਿਲਾਫ ਨੇ ਇਹ ਚੀਜ਼ਾਂ। ਇਸ ਵਾਸਤੇ ਬਚਪਨ ਦੇ ਵਿੱਚ ਤੁਹਾਡੇ ਪੇਰੈਂਟਸ ਨੇ, ਤੁਹਾਡੇ ਉਸਤਾਜ਼ਾ ਨੇ, ਉਸ ਤੋਂ ਬਾਅਦ ਤੁਹਾਡੇ ਸੀਨੀਅਰਸ ਨੇ ਤੁਹਾਡੇ 'ਤੇ ਸ਼ਫਕਤ ਕੀਤੀ, ਲੇਕਿਨ ਸ਼ਫਕਤ ਦਾ ਮਤਲਬ ਕਤਨ ਇਹ ਨਹੀਂ ਕਿ ਉਹ ਜਿਹੜਾ ਕੰਮ ਤੁਹਾਡਾ ਉਹ ਕਰਨ। ਜਾਂ ਫਿਰ ਬਜ਼ੁਰਗ ਜਿਸ ਵੇਲੇ ਆ ਜਾਂਦੇ ਨੇ,
ਉਹ ਅੱਲਾਹ ਤਾਲਾ ਨੇ ਉਹਨਾਂ ਨੂੰ ਸਿਹਤ ਦਿੱਤੀ ਹੈ, ਤੰਦਰੁਸਤੀ ਦਿੱਤੀ ਹੈ, ਅਤੇ ਤੁਸੀਂ ਉਹਨਾਂ ਨੂੰ ਅਦਬ ਔਰ ਇਹਤਰਾਮ ਦੇ ਨਾਂ ਤੋਂ, ਸ਼ਫਕਤ ਦੇ ਨਾਂ ਤੋਂ ਉਹਨਾਂ ਨੂੰ ਘਰ ਬਹਿਣ 'ਤੇ ਮਜਬੂਰ ਕਰ ਦਿਓ ਕਿ ਨਹੀਂ ਨਹੀਂ ਤੁਸੀਂ ਬੈਠੋ। ਉਹਨਾਂ ਨੂੰ ਕਹੋ ਉਹ ਸੁਸਾਇਟੀ ਦੇ ਵਿੱਚ ਉਸੇ ਤਰ੍ਹਾਂ ਹੀ ਜਿੰਨੀ ਦੇਰ ਮੁਮਕਿਨ ਹੈ ਉਹ ਆਪਣੇ ਅਜ਼ੀਜ਼ੋ ਅਕਾਰਬ ਵਿੱਚ, ਆਪਣੇ ਟਰੈਵਲ ਵਿੱਚ ਫਿਰਨਾ ਟੁਰਨਾ, ਆਪਣੀ ਐਕਟੀਵਿਟੀਜ਼ ਨੂੰ ਉਸੇ ਤਰ੍ਹਾਂ ਹੀ ਜਾਰੀ ਰੱਖਣ, ਅਤੇ ਉਹਨਾਂ ਦੀ ਸਿਹਤ ਵੀ ਠੀਕ ਰਹੇਗੀ, ਉਹ ਮਾਜ਼ੂਰ ਨਹੀਂ ਹੋਣਗੇ।